ਹੈਲੋ एवरीवन ਵੈਲਕਮ ਟੂ ਪੰਜਾਬੀ ਗਰਲ ਇਨ ਜਰਮਨੀ। ਮੈਂ ਰੋਜ਼ੀ ਬਾਟ। ਮੈਂ ਜਰਮਨੀ ਦੇ ਰਿਲੇਟਡ ਵੀਡੀਓਜ਼ ਬਣਾਉਣੀ ਆ, ਕੁਝ ਟਰੈਵਲ ਵਲੌਗਸ ਤੇ ਕੁਝ ਇਨਫੋਰਮੇਟਿਵ ਵੀਡੀਓਜ਼। ਤੇ ਅੱਜ ਦੀ ਵੀਡੀਓ ਕਾਫੀ ਇਨਫੋਰਮੇਟਿਵ ਹੈ, ਕਾਫੀ ਇੰਪੋਰਟੈਂਟ ਆ ਅਗਰ ਤੁਸੀਂ ਸਟੂਡੈਂਟ ਵੀਜ਼ਾ ਤੇ ਜਰਮਨੀ ਆਉਣਾ ਚਾਹੁੰਦੇ ਹੋ 1 ਨਵੰਬਰ ਤੋਂ ਬਾਅਦ। ਸੋ ਜਰਮਨੀ ਦਾ ਵੀਜ਼ਾ ਅਪਲਾਈ ਕਰਨ ਵਾਸਤੇ ਕੁਝ ਨਿਊ ਰੂਲਸ ਆਏ ਨੇ ਜਿਹਦੇ ਬਾਰੇ ਮੈਂ ਤੁਹਾਡੇ ਨਾਲ ਅੱਜ ਗੱਲ ਕਰਾਂਗੀ। ਸੋ ਆਈ ਹੋਪ ਕਿ ਤੁਹਾਡੇ ਚੋਂ ਕੁਝ ਜਣਿਆਂ ਨੇ ਸੁਣਿਆ ਹੀ ਹੋਏਗਾ ਕਿ APS ਸਰਟੀਫਿਕੇਟ ਰਿਕੁਆਇਰਡ ਆ ਅਗਰ ਤੁਸੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਹੈ ਤਾਂ। ਸੋ APS ਸਰਟੀਫਿਕੇਟ ਹੈ ਕੀ, ਇਹ ਕਿੱਦਾਂ ਅਪਲਾਈ ਕਰਨਾ ਹੈ, ਕੀ ਇਹਨੂੰ ਅਪਲਾਈ ਕਰਨ ਦੀਆਂ ਕੀ ਰਿਕੁਆਇਰਮੈਂਟਸ ਨੇ, ਅੱਜ ਆਪਾਂ ਗੱਲ ਕਰਾਂਗੇ ਸਭ ਉਹਦੇ ਬਾਰੇ ਦੇ ਵਿੱਚ। ਸੋ ਮੈਂ ਤੁਹਾਨੂੰ ਦੱਸ ਦੇਵਾਂ ਕਿ APS ਸਰਟੀਫਿਕੇਟ ਇੰਡੀਆ ਦੇ ਵਿੱਚ ਨਵਾਂ ਆ, ਬਟ ਜਰਮਨੀ ਲਈ ਇਹ ਨਵਾਂ ਨਹੀਂ ਆ। ਇਹ ਸਰਟੀਫਿਕੇਟ ਪਹਿਲਾਂ ਚਾਈਨਾ ਤੇ ਵੀਅਤਨਾਮ ਦੇ ਸਟੂਡੈਂਟਸ ਲਈ ਰਿਕੁਆਇਰਡ ਸੀ ਤੇ ਹੁਣ ਇੰਡੀਆ ਦੇ ਵਿੱਚ ਵੀ ਆ ਗਿਆ। ਸੋ APS ਸਰਟੀਫਿਕੇਟ ਹੈ ਕੀ ਐਂਡ ਵਾਈ APS ਸਰਟੀਫਿਕੇਟ। ਸੋ APS ਨੂੰ ਅਗਰ ਜਰਮਨ ਦੇ ਵਿੱਚ ਕਹੀਏ ਤਾਂ ਇਹ ਆ ਅਕੈਡਮਿਸ਼ਰ ਪ੍ਰੂਫਸਟੈਲਰ, ਜਿਹਨੂੰ ਇੰਗਲਿਸ਼ ਦੇ ਵਿੱਚ ਅਗਰ ਆਪਾਂ ਕਨਵਰਟ ਕਰਾਂਗੇ ਤਾਂ ਹੋਏਗਾ ਅਕੈਡਮਿਕ ਐਵੈਲੂਏਸ਼ਨ ਸਰਟੀਫਿਕੇਟ। ਸੋ ਬੇਸਿਕਲੀ APS ਤੁਹਾਡੇ ਅਕੈਡਮਿਕ ਡਾਕੂਮੈਂਟਸ ਨੂੰ ਵੈਰੀਫਾਈ ਕਰਦਾ ਆ ਤੇ ਇਹ ਸਰਟੀਫਿਕੇਟ ਉਦੋਂ ਹੀ ਇਸ਼ੂ ਕੀਤਾ ਜਾਂਦਾ ਹੈ ਜਦ ਇਹਦਾ ਰਿਜ਼ਲਟ ਪੋਜ਼ਿਟਿਵ ਹੋਵੇ। ਐਂਡ ਇਹ ਸਰਟੀਫਿਕੇਟ ਪੋਜ਼ਿਟਿਵ ਰਿਜ਼ਲਟ ਵਾਲਾ ਸਰਟੀਫਿਕੇਟ ਮੈਂਡੇਟਰੀ ਆ ਅਗਰ ਤੁਸੀਂ ਜਰਮਨੀ ਦਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਆ ਤਾਂ। ਐਂਡ ਸਭ ਤੋਂ ਇੰਪੋਰਟੈਂਟ, ਤੁਹਾਨੂੰ ਇਹ ਸਰਟੀਫਿਕੇਟ ਲੈਣ ਲਈ ਵੈਰੀਫਿਕੇਸ਼ਨ ਕਰਵਾਉਣ ਲਈ 18,000 ਰੁਪਏ ਫੀ ਪੇ ਕਰਨੀ ਪੈਣੀ ਹੈ, ਜਿਹੜੀ ਕਿ ਨਾਨ ਰਿਫੰਡੇਬਲ ਹੈ। ਨੋ ਮੈਟਰ ਕਿ ਤੁਹਾਡਾ ਰਿਜ਼ਲਟ ਪੋਜ਼ਿਟਿਵ ਆਉਂਦਾ ਜਾਂ ਨੈਗੇਟਿਵ, ਇਹ ਫੀਸ ਤੁਹਾਨੂੰ ਵਾਪਸ ਨਹੀਂ ਕੀਤੀ ਜਾਏਗੀ। ਤੇ ਹੁਣ ਕੁਐਸਚਨ ਇਹ ਆਉਂਦਾ ਹੈ ਕਿ ਡੂ ਵੀ ਨੀਡ ਟੂ ਵਰੀ ਅਬਾਊਟ ਦਿਸ ਸਰਟੀਫਿਕੇਸ਼ਨ। ਮੈਂ ਕਹੂੰਗੀ ਕਿ ਹਾਂਜੀ, ਤੁਹਾਨੂੰ ਡਰਨ ਦੀ ਲੋੜ ਆ ਅਗਰ ਤੁਹਾਡੀ ਸਰਟੀਫਿਕੇਟ ਜਿਹੜੇ ਆ ਉਹ ਜੈਨੂਅਨ ਨਹੀਂ ਆ, ਤੁਸੀਂ ਕੋਈ ਫੇਕ ਡਾਕੂਮੈਂਟਸ ਦੇ ਰਹੇ ਹੋ ਤਾਂ ਤੁਹਾਨੂੰ ਬਿਲਕੁਲ ਡਰਨ ਦੀ ਲੋੜ ਆ। ਐਂਡ ਅਗਰ ਤੁਹਾਡੇ ਡਾਕੂਮੈਂਟਸ ਸਾਰੇ ਜਿਹੜੇ ਆ ਉਹ ਜੈਨੂਅਨ ਨੇ ਤੇ ਤੁਹਾਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਆ। ਤੇ ਹੁਣ ਗੱਲ ਕਰਦੇ ਹਾਂ ਕਿ ਇਹ ਸਰਟੀਫਿਕੇਟ ਅਪਲਾਈ ਕਿਵੇਂ ਕਰਨਾ, ਇਹ ਸਰਟੀਫਿਕੇਟ ਲੈਣ ਲਈ ਰਿਕੁਆਇਰਮੈਂਟਸ ਕੀ ਨੇ ਐਂਡ ਕਿੱਦਾਂ ਇਹ ਸਾਰਾ ਪ੍ਰੋਸੈਸ ਹੋਏਗਾ। ਠੀਕ ਹੈ, ਉਹਦੇ ਵਾਸਤੇ ਮੈਂ ਤੁਹਾਨੂੰ APS ਦੀ ਔਫੀਸ਼ੀਅਲ ਵੈਬਸਾਈਟ ਤੇ ਲੈ ਕੇ ਜਾਂਦੀ ਹਾਂ, ਵਿਚ ਇਜ਼ APS-India.de। ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੋਇਆ ਹੈ, ਤੁਸੀਂ ਉਸ ਲਿੰਕ ਤੇ ਕਲਿੱਕ ਕਰਕੇ ਮੇਰੇ ਨਾਲ ਫੋਲੋ ਕਰ ਸਕਦੇ ਹੋ ਜਾਂ ਸਿਰਫ ਮੇਰੀ ਵੀਡੀਓ ਵੇਖ ਸਕਦੇ ਹੋ ਫਿਲਹਾਲ। ਐਂਡ ਦੈਨ ਜਦੋਂ ਤੁਸੀਂ ਅਪਲਾਈ ਕਰਨਾ ਹੈ ਦੈਨ ਉਹ ਲਿੰਕ ਤੇ ਕਲਿੱਕ ਕਰਕੇ ਤੁਸੀਂ ਆਪਣਾ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਕਰ ਸਕਦੇ ਹੋ। ਹੁਣ ਆਪਾਂ ਚੱਲਦੇ ਹਾਂ APS ਦੀ ਵੈਬਸਾਈਟ ਤੇ। ਸੋ ਇਹ ਆ APS-India.de, APS ਦੀ ਔਫੀਸ਼ੀਅਲ ਵੈਬਸਾਈਟ। ਇਹਦੇ ਤੇ ਜਾ ਕੇ ਤੁਹਾਡੇ ਕੋਲ ਇਦਾਂ ਦਾ ਇੱਕ ਪੇਜ ਖੁੱਲੇਗਾ। ਸੋ ਸਭ ਤੋਂ ਪਹਿਲਾਂ ਦੇਖ ਲੈਂਦੇ ਹਾਂ ਕਿ ਇਹ ਸਰਟੀਫਿਕੇਟ ਅਪਲਾਈ ਕਰਨ ਵਾਸਤੇ ਕੀ ਸਟੈਪਸ ਨੇ। ਠੀਕ ਹੈ, ਇੱਥੇ ਅਗਰ ਅਪਲਾਈ ਇਨ 6 ਈਜ਼ੀ ਸਟੈਪ ਤੁਸੀਂ ਦੇਖੋਗੇ ਸਕਰੀਨ ਤੇ ਹੀ ਹੋਏਗਾ, ਉਹਦੇ ਤੇ ਤੁਹਾਨੂੰ ਕੁਝ ਸਟੈਪਸ ਦਿਖਾਣਗੇ। ਫਰਸਟ ਸਟੈਪ ਕੀ ਹੈ, ਗੈਟ ਇਨਫੋਰਮੇਸ਼ਨ ਇਨ ਐਡਵਾਂਸ ਇਫ ਯੂ ਵਿਸ਼ ਟੂ ਪਰਸਿਊ ਹਾਇਰ ਸਟੱਡੀਜ਼ ਇਨ ਜਰਮਨੀ। APS India is your first stop for verifying your Indian academic documents. Second step की है, plan your application. Plan your application following the guidelines given on your website. In some cases, certain tests may be mandatory for the application process. Kindly refer to the information on deadlines and dates on the respective websites. ਇਹਦੇ ਬਾਰੇ ਮੈਂ ਤੁਹਾਨੂੰ ਬਾਅਦ ਵਿੱਚ ਐਕਸਪਲੇਨ ਕਰਾਂਗੀ ਕਿ ਕਿਹੜੇ ਟੈਸਟ ਦੀ ਇੱਥੇ ਗੱਲ ਕਰ ਰਹੇ ਨੇ। The third step is assemble your documents. Gather originals and copies of your academic documents. Attach translations if required. Step 4. Register yourself. Follow the instructions on the APS website and get registered online under the appropriate process. Now step 5 is pay online, but I would say कि registered ਕਰਨ ਤੋਂ ਪਹਿਲਾਂ ਤੁਸੀਂ pay ਕਰਨਾ ਹੈ, ਉਸ ਤੋਂ ਬਾਅਦ registered ਕਰਨਾ ਹੈ, ਕਿਉਂਕਿ जब ਤੁਸੀਂ ਰਜਿਸਟਰ ਕਰੋਗੇ ਤਾਂ ਉਹ ਤੁਹਾਡੇ ਕੋਲ ਪੇਮੈਂਟ ਡਿਟੇਲਸ ਪੁੱਛਣਗੇ। ਸੋ ਬੈਟਰ ਇਜ਼ ਕਿ ਪੇ ਪਹਿਲਾਂ ਕਰੋ, ਉਸ ਤੋਂ ਬਾਅਦ ਰਜਿਸਟਰ ਕਰੋ। ਠੀਕ ਹੈ, ਪੇ ਦਾ APS India fees online. Once we have received the payment, we can start processing your applications. पैसा दोगे तो काम होगा। So step 6 is send the documents and track the application status. Send the documents via courier and track the process of your application status by logging into your account. ਜਿਹੜਾ ਤੁਸੀਂ ਅਕਾਊਂਟ ਕ੍ਰੀਏਟ ਕਰੋਗੇ ਰਜਿਸਟ੍ਰੇਸ਼ਨ ਕਰਨ ਵਾਸਤੇ, ਉੱਥੋਂ ਤੁਸੀਂ ਆਪਣਾ ਪ੍ਰੋਸੈਸ ਵੀ ਟਰੈਕ ਕਰ ਸਕਦੇ ਹੋ ਤੇ ਕੁਰੀਅਰ ਦੇ ਰਾਹੀਂ ਆਪਣੇ ਜਿਹੜੇ ਸਾਰੇ ਡਾਕੂਮੈਂਟਸ ਆ ਉਹ ਤੁਸੀਂ ਭੇਜ ਸਕਦੇ ਹੋ। ਨਾਓ
ਇਹ ਸਟੈਪ ਤੁਹਾਨੂੰ ਹੁਣ ਪਤਾ ਚੱਲ ਗਏ। ਹੁਣ ਸਭ ਤੋਂ ਪਹਿਲਾਂ ਆਪਾਂ ਦੇਖ ਲਈਏ ਕਿ ਆਪਾਂ ਐਲੀਜੀਬਲ ਹੈ ਵੀ ਵੀਜ਼ਾ ਅਪਲਾਈ ਕਰਨ ਲਈ ਜਾਂ ਫਿਰ ਆਹ ਸਰਟੀਫਿਕੇਟ ਅਪਲਾਈ ਕਰਨ ਲਈ। ਅਗਰ ਤੁਸੀਂ ਇਸ ਪੇਜ ਤੇ ਹੀ ਦੇਖੋਗੇ ਤਾਂ ਇੱਥੇ ਲਿਖਿਆ ਆ ਰਿਹਾ ਟੇਕ ਯੂਰ ਐਲੀਜੀਬਿਲਿਟੀ ਟੈਸਟ, ਸੋ ਐਲੀਜੀਬਿਲਿਟੀ ਕੁਇਜ਼। ਸੋ ਆਪਾਂ ਹੁਣ ਐਲੀਜੀਬਿਲਿਟੀ ਕੁਇਜ਼ ਦੇਖਦੇ ਹਾਂ ਇਹਦੇ ਵਿੱਚ ਕੀ ਆ। ਸੋ your highest academic qualification ਇੱਥੇ ਤੁਸੀਂ select ਕਰਨਾ ਹੈ। for example ਆਪਾਂ select ਕਰਦੇ 10+2। ਅਗਰ ਤੁਸੀਂ 12th ਸਿਰਫ 12th ਕੀਤੀ ਹੈ ਤਾਂ ਆਪਾਂ ਇਹਦੇ ਤੇ ਕਲਿੱਕ ਕਰਾਂਗੇ। then your percentage in 12th class, 12th 'ਚ ਕੀ percentage ਆਈ ਹੈ। ਦੋ ਆਪਸ਼ਨਸ ਨੇ, less than 50%, more than 50%। and ਅਗਰ ਤੁਹਾਡੀ percentage less than 50% ਆ then you do not qualify for admission in German universities। ਮਤਲਬ ਕਿ ਗੱਲ ਇੱਥੇ ਖਤਮ ਹੋ ਜਾਂਦੀ ਹੈ ਅਗਰ ਤੁਹਾਡੇ 12th ਚੋਂ 50% ਤੋਂ ਘੱਟ ਗ੍ਰੇਡ ਨੇ, ਠੀਕ ਹੈ, ਤਾਂ ਤੁਸੀਂ ਐਲੀਜੀਬਲ ਹੀ ਨਹੀਂ ਹੋ ਇਹਦੇ ਲਈ। ਮਤਲਬ ਫਿਰ ਤੁਹਾਨੂੰ ਕੋਈ ਸਰਟੀਫਿਕੇਟ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਤੇ ਬੈਟਰ ਇਹ ਹੈ ਕਿ ਤੁਸੀਂ ਆਪਣੀ ਸਟੱਡੀ ਇੰਡੀਆ 'ਚ ਹੀ ਪਰਸਿਊ ਕਰੋ ਤੇ ਮੇਬੀ ਬੈਚਲਰਸ ਤੋਂ ਬਾਅਦ ਅਪਲਾਈ ਕਰਨ ਦੀ ਟਰਾਈ ਕਰੋ। ਬਟ ਅਗਰ ਤੁਹਾਡੇ ਮਾਰਕਸ ਮੋਰ ਦੈਨ 50% ਨੇ ਤਾਂ ਫਿਰ ਅੱਗੇ ਇੱਕ ਆਪਸ਼ਨ ਆਏਗੀ ਕਿ ਡਿਡ ਯੂ ਅਪੀਅਰ ਫॉर ਐਨੀ ਯੂਨੀਵਰਸਿਟੀ ਐਂਟਰੈਂਸ ਐਗਜ਼ਾਮ। ਉਹਦੇ ਵਿੱਚ ਤੁਸੀਂ ਜਾ ਕੇ ਫਿਰ ਤੁਸੀਂ ਇਹਨਾਂ ਵਿੱਚੋਂ ਇੱਕ ਆਪਸ਼ਨ ਚੂਜ਼ ਕਰ ਸਕਦੇ ਹੋ। ਫੋਰ ਐਗਜ਼ਾਮਪਲ ਅਗਰ ਤੁਸੀਂ JEE ਮੇਨ ਐਂਡ ਐਡਵਾਂਸ ਦਾ ਟੈਸਟ ਦਿੱਤਾ ਹੈ ਤਾਂ ਤੁਸੀਂ ਇਹ ਆਪਸ਼ਨ ਚੂਜ਼ ਕਰੋਗੇ। ਅਗਰ ਤੁਸੀਂ ਆਹ ਵਾਲਾ ਟੈਸਟ ਦਿੱਤਾ ਐਗਜ਼ਾਮ ਦਿੱਤਾ ਹੈ ਤਾਂ ਫਿਰ ਤੁਸੀਂ ਇਹ ਆਪਸ਼ਨ ਚੂਜ਼ ਕਰੋਗੇ। ਇਨ ਕੇਸ ਤੁਸੀਂ ਕੋਈ एग्जाम नहीं दिता, एंट्रेंस एग्जाम नहीं दिता, तो फिर तुसी ये ऑप्शन चूज करोगे एंड इट विल से यू आर एलिजिबल फॉर सब्जेक्ट रिस्ट्रिक्टेड एडमिशन टू अ preparatory course which is called student colleague। So now the question is what is student colleague? Student colleague है कि student colleague ਜਰਮਨੀ ਦੇ ਵਿੱਚ 1 ਸਾਲ ਦਾ ਡਿਪਲੋਮਾ ਕਹਿ ਸਕਦੇ ਆ, ਫਿਰ ਕੋਰਸ ਕਹਿ ਸਕਦੇ ਆ। 1 ਸਾਲ ਦਾ ਹੁੰਦਾ ਐਂਡ ਇਹਦੇ 2 ਸਮੈਸਟਰ ਹੁੰਦੇ ਨੇ ਐਂਡ ਸਭ ਤੋਂ ਇੰਪੋਰਟੈਂਟ ਥਿੰਗ ਕਿ ਇਹ ਜਰਮਨ ਲੈਂਗੁਏਜ ਦੇ ਵਿੱਚ ਹੁੰਦਾ ਹੈ। ਸੋ ਕਿਉਂਕਿ ਇੰਡੀਆ ਦੇ ਵਿੱਚ ਆਪਣੀ ਸਕੂਲਿੰਗ 12th ਕਲਾਸ ਤੱਕ ਹੁੰਦੀ ਆ ਬਟ ਜਰਮਨੀ ਦੇ ਵਿੱਚ 13 ਕਲਾਸਿਸ ਹੁੰਦੀਆਂ। ਪਰ ਅਗਰ ਤੁਸੀਂ ਇੰਡੀਆ ਦੇ ਵਿੱਚ 13 ਕਲਾਸਿਸ ਕੰਪਲੀਟ ਨਹੀਂ ਕੀਤੀਆਂ ਤੇ ਤੁਹਾਨੂੰ ਸਟੂਡੈਂਟ ਕੋਲੀਗ ਕਰਨਾ ਪੈਣਾ। ਸੋ ਇਟ ਇਜ਼ ਬੇਸਿਕਲੀ 13th ਕਲਾਸ, ਠੀਕ ਹੈ। ਇਹਦੇ ਵਿੱਚ ਤੁਹਾਡੀ ਪ੍ਰੀਵੀਅਸ ਸਟੱਡੀ ਦੇ ਰਿਲੇਟਡ ਤੁਹਾਡੀ ਸਟੱਡੀ ਹੋਏਗੀ ਅੱਗੇ, ਠੀਕ ਹੈ, ਐਂਡ ਜਰਮਨ ਲੈਂਗੁਏਜ ਦੇ ਵਿੱਚ ਹੋਏਗਾ ਇਹ। ਐਂਡ ਇਸ ਕੋਰਸ ਵਿੱਚ ਐਡਮਿਸ਼ਨ ਲੈਣ ਲਈ ਤੁਹਾਨੂੰ ਐਟਲੀਸਟ B2 ਲੈਵਲ ਤੱਕ ਦੀ ਜਰਮਨ ਲੈਂਗੁਏਜ ਆਉਂਦੀ ਹੋਣੀ ਚਾਹੀਦੀ ਹੈ ਐਂਡ ਬਕਾਇਦਾ ਉਹਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ। ਅਗਰ ਤੁਸੀਂ ਫੋਰ ਐਗਜ਼ਾਮਪਲ JEE ਮੇਨਸ ਐਂਡ ਐਡਵਾਂਸ ਦਾ ਟੈਸਟ ਦਿੱਤਾ ਹੈ, ਐਗਜ਼ਾਮ ਦਿੱਤਾ ਹੈ, ਤਾਂ ਤੁਸੀਂ ਫਿਰ ਤੁਹਾਡੇ ਕੋਲ ਇਹ ਆਪਸ਼ਨ ਹੋਏਗੀ, ਮਤਲਬ ਕਿ ਤੁਹਾਨੂੰ ਸਟੂਡੈਂਟ ਕੋਲੀਗ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਤੁਸੀਂ ਡਾਇਰੈਕਟ ਐਡਮਿਸ਼ਨ ਲੈ ਸਕਦੇ ਹੋ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਆਪਣੀ ਰਜਿਸਟ੍ਰੇਸ਼ਨ ਕਰਕੇ ਤੁਸੀਂ ਆਪਣਾ ਪ੍ਰੋਸੈਸ ਸ਼ੁਰੂ ਕਰ ਸਕਦੇ ਹੋ। ਫੋਰ ਐਗਜ਼ਾਮਪਲ ਕਿ ਤੁਸੀਂ ਬੈਚਲਰ ਡਿਗਰੀ ਦੇ ਵਿੱਚ ਇਨਰੋਲਡ ਹੋ ਕਿਸੇ ਯੂਨੀਵਰਸਿਟੀ ਦੇ ਵਿੱਚ ਜਿਹੜੀ ਕਿ ਰੈਕਗਨਾਈਜ਼ਡ ਹੈ ਜਰਮਨੀ ਦੇ ਵਿੱਚ, ਠੀਕ ਹੈ। ਫਿਰ ਤੁਸੀਂ ਸਿਲੈਕਟ ਕਰੋਗੇ, ਅਗੇਨ 2 ਆਪਸ਼ਨਸ ਆਉਣਗੀਆਂ, ਕੰਪਲੀਟਡ ਮਿਨੀਮਮ ਆਫ 2 ਸੈਮੈਸਟਰਸ, ਕੰਪਲੀਟਡ ਲੈਸ ਦੈਨ 2 ਸੈਮੈਸਟਰਸ। ਤੇ ਅਗਰ ਤੁਸੀਂ ਕੰਪਲੀਟਡ ਲੈਸ ਦੈਨ 2 ਸੈਮੈਸਟਰਸ ਤੇ ਕਲਿੱਕ ਕਰੋਗੇ ਤਾਂ ਅਗੇਨ ਤੁਹਾਨੂੰ ਸਟੂਡੈਂਟ ਕੋਲੀਗ ਕਰਨਾ ਪਏਗਾ। ਬਟ ਅਗਰ ਤੁਸੀਂ ਕੰਪਲੀਟਡ ਮਿਨੀਮਮ ਆਫ 2 ਸੈਮੈਸਟਰ ਤੇ ਕਲਿੱਕ ਕਰੋਗੇ, ਐਟਲੀਸਟ 2 ਸਮੈਸਟਰ ਤੁਸੀਂ ਕੰਪਲੀਟ ਕੀਤੇ ਨੇ, ਤਾਂ ਅਗੇਨ ਤੁਹਾਨੂੰ ਆਪਣੇ 12th ਦੇ ਮਾਰਕਸ ਦੱਸਣੇ ਪੈਣੇ ਨੇ। ਤੇ ਸੇਮ ਥਿੰਗ ਕਿ ਅਗਰ ਲੈਸ ਦੈਨ 50% ਹੈ ਤਾਂ ਤੁਸੀਂ ਐਲੀਜੀਬਲ ਨਹੀਂ ਹੋ, ਅਗਰ ਮੋਰ ਦੈਨ 50% ਹੈ ਤਾਂ ਤੁਸੀਂ ਐਲੀਜੀਬਲ ਹੋ ਤੇ ਤੁਹਾਨੂੰ ਕੋਈ ਸਟੂਡੈਂਟ ਕੋਲੀਗ ਵੀ ਨਹੀਂ ਕਰਨਾ ਪੈਣਾ। ਤੇ ਅਗਰ ਤੁਸੀਂ ਸਟੂਡੈਂਟ ਕੋਲੀਗ ਤੋਂ ਬਚਣਾ ਚਾਹੁੰਦੇ ਹੋ ਤਾਂ ਬੈਟਰ ਹੈ ਕਿ ਆਪਣੇ 1 ਸਾਲ ਦੀ ਬੈਚਲਰ ਡਿਗਰੀ ਜਿਹੜੀ ਆ ਇੰਡੀਆ ਦੇ ਵਿੱਚ ਕੰਪਲੀਟ ਕਰਕੇ ਫਿਰ ਨੈਕਸਟ ਈਅਰ ਵਾਸਤੇ ਤੁਸੀਂ ਇੱਥੇ ਅਪਲਾਈ ਕਰੋ। ਐਕਚੁਅਲੀ ਨੈਕਸਟ ਈਅਰ ਨਹੀਂ, ਤੁਹਾਨੂੰ ਇੱਥੇ ਆ ਕੇ ਵੀ ਫਸਟ ਈਅਰ ਤੋਂ ਹੀ ਸ਼ੁਰੂ ਕਰਨਾ ਪੈਣਾ ਕਿਉਂਕਿ ਜਰਮਨੀ 13 ਕਲਾਸਿਸ ਕਾਊਂਟ ਕਰਦਾ ਹੈ। ਸੋ 1 ਸਾਲ ਦੀ ਤੁਸੀਂ ਅਗਰ ਇੰਡੀਆ 'ਚ ਡਿਗਰੀ ਕਰ ਲੋਗੇ ਤਾਂ ਉਹ ਤੁਹਾਡੀਆਂ 13 ਕਲਾਸਿਸ ਹੋ ਜਾਣਗੀਆਂ, ਠੀਕ ਹੈ। ਫੋਰ ਐਗਜ਼ਾਮਪਲ ਕਿ ਤੁਸੀਂ ਬੈਚਲਰਸ ਲਈ ਇਹ ਸਾਰੀਆਂ ਆਪਸ਼ਨ ਸੀਗੀਆਂ ਬੈਚਲਰਸ ਲਈ। ਅਗਰ ਬੈਚਲਰਸ ਲਈ ਤੁਸੀਂ ਆ ਰਹੇ ਹੋ ਤਾਂ ਤੁਹਾਨੂੰ ਸਟੂਡੈਂਟ ਕੋਲੀਗ ਚਾਹੀਦਾ ਹੈ ਤੇ ਉਹਦੇ ਲਈ ਤੁਸੀਂ 2 ਹੀ ਆਪਸ਼ਨਸ ਦੇ ਵਿੱਚ ਸਟੂਡੈਂਟ ਕੋਲੀਗ ਤੋਂ ਬਚ ਸਕਦੇ ਹੋ, ਜਾਂ ਤਾਂ ਕੋਈ ਐਂਟਰੈਂਸ ਐਗਜ਼ਾਮ ਦੇ ਦਿਓ ਲਾਈਕ JEE ਤੇ ਜਾਂ ਫਿਰ ਤੁਸੀਂ ਆਪਣਾ 1 ਸਾਲ ਡਿਗਰੀ ਕੰਪਲੀਟ ਕਰੋ ਉੱਥੇ। ਤੇ ਅਗਰ ਤੁਸੀਂ ਬੈਚਲਰ ਡਿਗਰੀ ਕਰ ਚੁੱਕੇ ਹੋ, ਮਾਸਟਰਸ ਲਈ ਅਪਲਾਈ ਕਰਨਾ, ਕੋਰਸ ਪਰਸਿਊਡ, ਕਿਹੜਾ ਕੋਰਸ ਪਰਸਿਊ ਕੀਤਾ, ਜਨਰਲ ਜਾਂ ਫਿਰ ਆਨਰਸ, ਇਹਨਾਂ ਦੇ ਵਿੱਚ ਚੂਜ਼ ਕਰੋ। ਦੋਨਾਂ ਦੇ ਵਿੱਚ ਸੇਮ ਹੀ ਕੇਸ ਹੈ, ਜਸਟ ਚੂਜ਼ ਕਰਨਾ ਹੈ, ਪਰ ਤੁਸੀਂ ਜੋ ਵੀ ਕੀਤਾ ਤੁਸੀਂ ਉਹ ਚੂਜ਼ ਕਰੋਗੇ। ਫੋਰ ਐਗਜ਼ਾਮਪਲ ਮੈਂ ਜਨਰਲ ਚੂਜ਼ ਕਰਾਂ ਤਾਂ ਮੈਂ ਐਲੀਜੀਬਲ ਹਾਂ ਜਰਮਨੀ ਦੇ ਵਿੱਚ ਸਟੱਡੀ ਕਰਨ ਵਾਸਤੇ, ਠੀਕ ਹੈ।
ਇੱਥੋਂ ਤੁਸੀਂ ਮਤਲਬ ਆਪਣੇ ਆਪਸ਼ਨ ਦੇਖ ਕੇ ਤੇ ਚੂਜ਼ ਕਰ ਸਕਦੇ ਹੋ। ਨੀਚੇ ਲਿਖਿਆ ਆ ਜਾਏਗਾ ਕਿ ਤੁਸੀਂ ਅਪਲਾਈ ਕਰਨ ਦੇ ਐਲੀਜੀਬਲ ਹੋ ਜਾਂ ਨਹੀਂ। ਠੀਕ ਹੈ, ਅਗਰ ਤਾਂ ਤੁਸੀਂ ਐਲੀਜੀਬਲ ਹੋ ਤਾਂ ਫਿਰ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਨੈਕਸਟ ਸਟੈਪ ਕੀ ਹੈ, ਤੁਸੀਂ ਰਜਿਸਟ੍ਰੇਸ਼ਨ ਕਰੋਗੇ ਆਪਣੀ। ਠੀਕ ਹੈ, ਰਜਿਸਟ੍ਰੇਸ਼ਨ ਕਰਨ ਵਾਸਤੇ ਆਪਾਂ ਰਜਿਸਟਰ ਤੇ ਕਲਿੱਕ ਕਰਾਂਗੇ। ਠੀਕ ਹੈ, ਇਹਦੇ ਵਿੱਚ ਤੁਹਾਡੇ ਕੋਲ ਇਹ 7 ਮਤਲਬ ਪੇਜਿਸ ਆਣਗੇ ਜੇ ਤੁਸੀਂ ਫਿਲ ਕਰਨੇ ਆ। ਤੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਅਕਾਊਂਟ ਬਣਾਉਣਾ ਹੈ। ਕ੍ਰੀਏਟ ਯੂਜ਼ਰ ਨੇਮ, ਜੋ ਵੀ ਤੁਹਾਡਾ ਯੂਜ਼ਰ ਨੇਮ ਤੁਸੀਂ ਦੇਣਾ ਚਾਹੁੰਦੇ ਹੋ ਦੋਗੇ, ਦੈਨ ਪਾਸਵਰਡ ਤੇ ਦੈਨ ਸੇਮ ਪਾਸਵਰਡ ਅਗੇਨ, ਦੈਨ ਨੈਕਸਟ ਤੇ ਕਲਿੱਕ ਕਰਕੇ ਉਸ ਤੋਂ ਬਾਅਦ ਸੈਕਿੰਡ ਦੇ ਵਿੱਚ ਤੁਸੀਂ ਆਪਣੀਆਂ ਪਰਸਨਲ ਡਿਟੇਲਸ ਦੇਣੀਆਂ ਨੇ। ਥਰਡ ਦੇ ਵਿੱਚ ਤੁਸੀਂ ਆਪਣੀ ਐਜੂਕੇਸ਼ਨਲ ਡਿਟੇਲਸ ਦੇਣੀਆਂ ਨੇ। ਮੇਬੀ ਇਹਦੇ ਵਿੱਚ ਆਏਗਾ ਕਿ ਤੁਸੀਂ ਤੁਹਾਡੀਆਂ 10th ਐਂਡ 12th ਦੀਆਂ ਡਿਟੇਲਸ ਹੋਣਗੀਆਂ। ਐਂਡ ਫੋਰਥ ਵਿੱਚ ਤੁਹਾਡੀਆਂ ਅਗੇਨ ਐਜੂਕੇਸ਼ਨਲ ਡਿਟੇਲਸ ਨੇ। ਮੇਬੀ ਇਹਦੇ ਵਿੱਚ ਤੁਸੀਂ ਆਪਣੇ ਬੈਚਲਰ ਦੀਆਂ ਜਾਂ ਮਾਸਟਰਸ ਦੀਆਂ ਡਿਟੇਲਸ ਭਰਨੀਆਂ ਹੋਣਗੀਆਂ। ਐਂਡ ਅਗਰ ਤੁਸੀਂ ਸਿਰਫ 10th 12th ਹੀ ਕੀਤਾ ਹੈ ਤਾਂ ਤੁਸੀਂ ਆ ਖਾਲੀ ਛੱਡ ਸਕਦੇ ਹੋ। ਠੀਕ ਹੈ, ਦੈਨ ਆ ਗਿਆ ਟੈਸਟ AS ਡਿਟੇਲਸ। ਟੈਸਟ AS ਕੀ ਆ ਐਂਡ ਇਹ ਕਿਹਦੇ ਲਈ ਰਿਕੁਆਇਰਡ ਆ, ਇਹ ਮੈਂ ਤੁਹਾਨੂੰ ਥੋੜੀ ਦੇਰ ਬਾਅਦ ਵਿੱਚ ਦੱਸਾਂਗੀ। ਠੀਕ ਹੈ, ਦੈਨ ਆ ਗਿਆ ਲੈਂਗੁਏਜ ਡਿਟੇਲਸ। ਅਗੇਨ ਅਗਰ ਤੁਹਾਡੀ ਸਟੱਡੀ ਜਿਹੜੀ ਉਹ ਇੰਗਲਿਸ਼ ਦੇ ਵਿੱਚ ਹੋਏਗੀ ਤਾਂ ਫਿਰ ਤੁਹਾਡੇ ਕੋਲ ਆਇਲਸ ਜਾਂ ਫਿਰ ਟੋਫਲ ਹੋਣੀ ਚਾਹੀਦੀ ਹੈ। ਤੇ ਅਗਰ ਤੁਹਾਡੀ ਸਟੱਡੀ ਜਰਮਨੀ ਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਸਟੂਡੀਓ ਕਲਿੱਕ ਕਰਨਾ ਜਾਂ ਫਿਰ ਤੁਹਾਡੀ ਜਿਹੜੀ ਬੈਚਲਰ ਜਾਂ ਮਾਸਟਰਸ ਆ ਉਹ ਜਰਮਨ ਲੈਂਗੁਏਜ ਦੇ ਵਿੱਚ ਆ ਤਾਂ ਤੁਹਾਨੂੰ ਜਰਮਨ ਲੈਂਗੁਏਜ ਆਂਦੀ ਹੋਣੀ ਚਾਹੀਦੀ ਆ। ਤੇ ਉਹ ਜਿਹੜਾ ਤੁਸੀਂ ਟੈਸਟ ਦੋਗੇ ਐਟਲੀਸਟ B2 ਰਿਕੁਆਇਰਡ ਆ ਤੇ ਉਹਦੀਆਂ ਡਿਟੇਲਸ ਤੁਸੀਂ ਇੱਥੇ ਦੋਗੇ। ਦੈਨ ਅਗੇਨ ਪੇਮੈਂਟ ਡਿਟੇਲਸ, ਇਸ ਲਈ ਮੈਂ ਤੁਹਾਨੂੰ ਕਿਹਾ ਸੀ ਕਿ ਪੇਮੈਂਟ ਜਿਹੜੀ ਪਹਿਲਾਂ ਕਰਕੇ ਫਿਰ ਰਜਿਸਟ੍ਰੇਸ਼ਨ ਕਰਨੀ ਹੈ। ਤੇ ਹੁਣ ਜਲਦੀ ਇੱਕ ਨਿਗਾ ਚੈੱਕਲਿਸਟ ਤੇ ਵੀ ਮਾਰ ਲੈਂਦੇ ਆ ਕਿ APS ਸਰਟੀਫਿਕੇਟ ਅਪਲਾਈ ਕਰਨ ਵਾਸਤੇ ਆਪਾਂ ਨੂੰ ਡਾਕੂਮੈਂਟਸ ਕਿਹੜੇ ਚਾਹੀਦੇ ਨੇ ਤੇ ਚੈੱਕਲਿਸਟ ਮਿਲੂਗੀ ਕਿੱਥੋਂ ਆਪਾਂ ਨੂੰ। ਅਗਰ ਤੁਸੀਂ ਹੋਮ ਪੇਜ ਤੇ ਦੇਖੋਗੇ ਤਾਂ ਉੱਥੇ ਚੈੱਕਲਿਸਟ ਦੀ ਆਪਸ਼ਨ ਹੋਏਗੀ, ਉੱਤੇ ਕਲਿੱਕ ਕਰੋਗੇ ਤਾਂ ਸਭ ਤੋਂ ਪਹਿਲਾਂ ਹੈਗਾ ਪਲੀਜ਼ ਡਾਊਨਲੋਡ ਦਿਸ ਲੈਟਰ ਐਜ਼ ਇਟ ਇਜ਼ ਮੈਂਡੇਟਰੀ ਟੂ ਸਬਮਿਟ ਦ ਫਿਲਡ ਲੈਟਰ ਅਲੋਂਗ ਵਿਦ ਦ ਡਾਕੂਮੈਂਟਸ। ਅਗਰ ਤੁਸੀਂ ਡਾਊਨਲੋਡ ਤੇ ਕਲਿੱਕ ਕਰੋਗੇ ਤਾਂ ਇਹ ਵਾਲਾ ਫਾਰਮ ਓਪਨ ਹੋਏਗਾ ਵਿਚ ਇਜ਼ ਬੇਸਿਕਲੀ ਤੁਹਾਡਾ ਕੰਸੈਂਟ ਹੋਏਗਾ ਕਿ ਤੁਸੀਂ ਅਲਾਉ ਕਰਦੇ ਹੋ APS ਨੂੰ ਤੁਹਾਡੇ ਜਿਹੜੇ ਡਾਕੂਮੈਂਟਸ ਉਹ ਵੈਰੀਫਾਈ ਕਰਨ ਵਾਸਤੇ। ਸੋ ਤੁਸੀਂ ਇੱਥੇ ਆਪਣਾ ਨਾਮ ਭਰਨਾ ਹੈ, ਕਦੋਂ ਤੁਹਾਡੀ ਡੇਟ ਆਫ ਬਰਥ ਭਰਨੀ ਹੈ ਐਂਡ ਇਹ ਬਾਕਸ ਤੇ ਟਿਕ ਕਰਨਾ ਹੈ ਡੇਟ, ਪਲੇਸ ਐਂਡ ਸਿਗਨੇਚਰ। ਬੈਟਰ ਇਜ਼ ਕਿ ਤੁਸੀਂ ਇਹ ਫਾਰਮ ਫਿਲ ਕਰਕੇ ਇਹਨੂੰ ਪ੍ਰਿੰਟ ਕਰਕੇ ਫਿਰ ਇੱਥੇ ਆਪਣੀ ਸਿਗਨੇਚਰ ਕਰੋ ਪੈਨ ਦੇ ਨਾਲ, ਇਲੈਕਟ੍ਰੋਨਿਕ ਸਿਗਨੇਚਰ ਨਾ ਕਰੋ। ਇਹ ਫਾਰਮ ਫਿਲ ਕਰਕੇ ਉਸ ਤੋਂ ਬਾਅਦ ਤੁਸੀਂ ਆ ਜਾਣ ਉਹ ਵਾਲਾ ਫਾਰਮ ਜਿਹੜਾ ਸਭ ਨੂੰ ਚਾਹੀਦਾ। ਦੈਨ ਆ ਗਿਆ ਇੰਡੀਵਿਜੂਅਲ ਪ੍ਰੋਸੈਸ। ਇਹਦੇ ਵਿੱਚ ਅਗਰ ਤੁਸੀਂ 12th ਕੀਤੀ ਹੋਈ ਆ ਤੇ ਆ ਵਾਲਾ ਮਤਲਬ ਚੈੱਕਲਿਸਟ ਡਾਊਨਲੋਡ ਕਰੋਗੇ। JEE ਮੇਨਸ ਐਂਡ ਐਡਵਾਂਸ ਦਾ ਐਗਜ਼ਾਮ ਦਿੱਤਾ ਹੋਇਆ ਤਾਂ ਤੁਸੀਂ ਆ ਵਾਲੀ ਚੈੱਕਲਿਸਟ ਡਾਊਨਲੋਡ ਕਰੋਗੇ। ਅੰਡਰ ਗ੍ਰੈਜੂਏਟਸ ਹੋ 2 ਸਮੈਸਟਰ ਕਰ ਚੁੱਕੇ ਹੋ ਤਾਂ ਆ ਵਾਲਾ ਹੀ ਚੈੱਕਲਿਸਟ ਹੋਏਗੀ। ਮਤਲਬ ਇੱਥੇ ਤੁਹਾਡੇ ਕੋਲ ਸਾਰੀਆਂ ਆਪਸ਼ਨਸ ਨੇ। ਠੀਕ ਹੈ, ਤੇ ਆਪਾਂ 12th ਕਲਾਸ ਵਾਲੀ ਚੈੱਕਲਿਸਟ ਇੱਕ ਵਾਰੀ ਦੇਖ ਲੈਂਦੇ ਹਾਂ। ਠੀਕ ਹੈ, ਇਹ ਕੁਝ ਐਪਲੀਕੇਸ਼ਨ ਪ੍ਰੋਸੀਜਰ ਹੈ। ਸੋ ਇਹ ਪੂਰੀਆਂ ਜਿਹੜਾ ਪ੍ਰੋਸੀਜਰ ਆ ਤੁਸੀਂ ਆਪਣਾ ਪ੍ਰੋਪਰਲੀ ਪੜ੍ਹ ਸਕਦੇ ਹੋ। ਫਿਰ ਦੇਖਦੇ ਹਾਂ ਆਪਾਂ ਡਾਕੂਮੈਂਟ ਚੈੱਕਲਿਸਟ। ਠੀਕ ਹੈ, 12th ਕਲਾਸ ਵਾਸਤੇ ਪ੍ਰਿੰਟਡ ਐਂਡ ਡਲੀ ਸਾਈਨਡ ਐਪਲੀਕੇਸ਼ਨ ਫਾਰਮ ਵਿਦ ਪਾਸਪੋਰਟ ਸਾਈਜ਼ ਫੋਟੋ। ਐਪਲੀਕੇਸ਼ਨ ਫਾਰਮ ਤੇ ਤੁਸੀਂ ਤੁਹਾਡੀ ਇੱਕ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ ਜਿਹਨੂੰ ਤੁਸੀਂ ਆਪਣੇ ਪੈਨ ਨਾਲ ਸਾਈਨ ਕਰਨਾ ਹੈ। ਠੀਕ ਹੈ, ਨੋਟ ਓਲਡਰ ਦੈਨ 6 months। ਉਸ ਤੋਂ ਬਾਅਦ ਕਾਪੀ ਆਫ APS ਫੀ ਟ੍ਰਾਂਸਫਰ ਰਿਸਿਪਟ, ਜਿਹੜੀ ਤੁਸੀਂ ਫੀ ਟ੍ਰਾਂਸਫਰ ਕੀਤੀ ਹੈ ਉਹਦੀ ਰਿਸਿਪਟ ਦੀ ਕਾਪੀ। ਮੇਕ ਸ਼ੋਰ ਕਿ ਤੁਸੀਂ ਸਾਰੇ ਡਾਕੂਮੈਂਟ ਜਿਹੜੇ ਆ ਕਾਪੀ ਭੇਜੋ ਓਰੀਜਨਲ ਦੀ, ਉਹਦੀ ਕਾਪੀ। ਦੈਨ ਕਾਪੀ ਆਫ ਆਧਾਰ ਕਾਰਡ ਵਿਦ ਲਿੰਕਡ ਮੋਬਾਈਲ ਨੰਬਰ, ਆਧਾਰ ਕਾਰਡ ਦੀ ਕਾਪੀ ਜਿਹੜਾ ਕਿ ਤੁਹਾਡਾ ਮੋਬਾਈਲ ਨੰਬਰ ਦੇ ਨਾਲ ਲਿੰਕਡ ਹੋਵੇ। ਠੀਕ ਹੈ, ਪਾਸਪੋਰਟ ਦੀ ਕਾਪੀ ਚਾਹੀਦੀ ਹੈ ਫਸਟ ਐਂਡ ਲਾਸਟ ਪੇਜ। ਉਸ ਤੋਂ ਬਾਅਦ ਚਾਹੀਦਾ ਤੁਹਾਡੇ 10th ਕਲਾਸ ਦੀ ਮਾਰਕਸ਼ੀਟ। ਉਸ ਤੋਂ ਬਾਅਦ ਪ੍ਰੂਫ ਆਫ ਪਾਰਟਿਸਿਪੇਸ਼ਨ ਇਨ ਪ੍ਰੀ ਯੂਨੀਵਰਸਿਟੀ ਐਂਟਰੈਂਸ ਐਗਜ਼ਾਮ। ਪ੍ਰੀ ਯੂਨੀਵਰਸਿਟੀ ਐਂਟਰੈਂਸ ਐਗਜ਼ਾਮ ਮਤਲਬ JEE ਐਂਟਰੈਂਸ ਟੈਸਟ ਤੁਸੀਂ ਦਿੱਤਾ, ਉਹਦਾ ਮੇਨਸ ਦਿੱਤਾ ਉਹ ਅਗਰ ਤੁਸੀਂ ਦਿੱਤਾ ਇਫ ਐਪਲੀਕੇਬਲ। ਠੀਕ ਹੈ, ਦੈਨ ਕਾਪੀ ਆਫ ਟੈਸਟ AS ਰਿਜ਼ਲਟ। ਨਾਓ ਅਨਦਰ ਸਰਟੀਫਿਕੇਸ਼ਨ ਟੈਸਟ AS। ਹੁਣ ਟੈਸਟ AS ਕੀ ਹੈ? ਟੈਸਟ AS ਦੇ ਵਿੱਚ ਬੇਸਿਕਲੀ ਤੁਹਾਡਾ ਸਟੱਡੀ ਲੈਵਲ ਚੈੱਕ ਕੀਤਾ ਜਾਂਦਾ ਹੈ।
ਜੋ ਵੀ ਤੁਸੀਂ ਪ੍ਰੀਵੀਅਸ ਸਟੱਡੀ ਕੀਤੀ ਆ ਉਹਦੇ ਰਿਲੇਟਡ ਤੁਹਾਨੂੰ ਕੁਐਸਚਨ ਆਉਣਗੇ ਟੈਸਟ ਦੇ ਵਿੱਚ, ਜਿਵੇਂ ਕਿ ਇਕਨੋਮਿਕਸ ਦੇ ਕੁਐਸਚਨ ਹੋ ਗਏ ਜਾਂ ਫਿਰ ਸਾਇੰਸ ਜਾਂ ਫਿਰ ਮੈਥਮੈਟਿਕਸ ਜਾਂ ਫਿਰ ਵਟ ਐਵਰ ਯੂ ਸਟੱਡੀ, ਇੰਜੀਨੀਅਰਿੰਗ ਮੇ ਬੀ, ਜੋ ਵੀ ਤੁਸੀਂ ਸਟੱਡੀ ਕੀਤੀ ਆ ਉਹਦੇ ਰਿਲੇਟਡ ਤੁਹਾਨੂੰ ਕੁਐਸਚਨਸ ਆਉਣਗੇ ਐਂਡ ਕੁਝ ਕੋਰ ਕੁਐਸਚਨਸ ਵੀ ਆਉਣਗੇ ਜੋ ਸਾਰਿਆਂ ਲਈ ਸੇਮ ਹੋਣਗੇ। ਸੋ ਟੈਸਟ ਏਐਸ ਦੀ ਵੈਬਸਾਈਟ ਹੈ testas.day, ਜਿਹਦਾ ਲਿੰਕ ਅਗੇਨ ਡਿਸਕ੍ਰਿਪਸ਼ਨ ਦੇ ਵਿੱਚ ਹੈ, ਤੁਸੀਂ ਉਹ ਲਿੰਕ ਕਲਿੱਕ ਕਰਕੇ ਦੈਨ ਅੱਗੇ ਇਨਫੋਰਮੇਸ਼ਨ ਲੈ ਸਕਦੇ ਹੋ। ਉਹਦੇ ਲਈ ਵੀ ਤੁਹਾਨੂੰ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਪਏਗੀ ਐਂਡ ਟੈਸਟ ਦੇਣ ਦਾ ਵੀ ਕੋਈ ਸਿਲੈਕਟਿਵ ਟਾਈਮ ਹੁੰਦਾ, ਇਹ ਨਹੀਂ ਕਿ ਤੁਸੀਂ ਕਦੇ ਵੀ ਟੈਸਟ ਦੇ ਸਕਦੇ ਹੋ, ਬਟ ਇਹ ਟੈਸਟ ਆਨਲਾਈਨ ਹੁੰਦਾ ਹੈ, ਸੋ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਆ। ਸੋ ਸਭ ਤੋਂ ਇੰਪੋਰਟੈਂਟ ਥਿੰਗ, ਇਸ ਵੈਬਸਾਈਟ ਤੇ ਤੁਹਾਨੂੰ ਟੈਸਟ ਦੇ ਰਿਲੇਟਡ ਕੁਝ ਐਗਜ਼ਾਮਪਲ ਕੁਐਸਚਨਸ ਵੀ ਮਿਲ ਜਾਣਗੇ ਜਿਨ੍ਹਾਂ ਤੋਂ ਤੁਸੀਂ ਆਪਣੇ ਟੈਸਟ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ ਤੇ ਫਿਰ ਟੈਸਟ ਦੇ ਸਕਦੇ ਹੋ। ਸੋ ਹੁਣ ਇਹ ਟੈਸਟ ਚਾਹੀਦਾ ਕਿਹਨੂੰ ਆ? ਸਾਰਿਆਂ ਨੂੰ ਦੇਣਾ ਪੈਣਾ? ਨਹੀਂ। ਇੱਥੇ ਆਈ ਵੁੱਡ ਸੇ ਕਿ ਬੈਚਲਰਸ ਵਾਲਿਆਂ ਨਾਲ ਧੱਕਾ ਹੈ। ਸਿਰਫ ਜਿਨ੍ਹਾਂ ਨੇ ਬੈਚਲਰਸ ਕਰਨ ਵਾਸਤੇ ਜਰਮਨੀ ਆਉਣਾ ਉਹਨਾਂ ਨੂੰ ਹੀ ਇਹ ਟੈਸਟ ਦੇਣਾ ਪੈਣਾ ਹੈ। ਉਹਨਾਂ ਦੇ ਵਿੱਚ ਵੀ ਐਕਸੈਪਸ਼ਨਸ ਨੇ। ਅਗਰ ਤੁਸੀਂ ਸਿਰਫ 12th ਕੀਤੀ ਆ ਅਤੇ ਸਟੂਡੈਂਟ ਕਲੀਅਰ ਕਰਨੀ ਆ ਕੇ ਉਹਦੇ ਲਈ ਵੀ ਤੁਹਾਨੂੰ ਇਹ ਟੈਸਟ ਦੇਣਾ ਪੈਣਾ। ਅਗਰ ਤੁਸੀਂ ਜੇ ਜਾਂ IIT ਮੇਨਸ ਦਾ ਵੀ ਟੈਸਟ ਦਿੱਤਾ ਹੋਇਆ ਤਾਂ ਫਿਰ ਤੁਹਾਨੂੰ ਇਹ ਟੈਸਟ ਨਹੀਂ ਦੇਣਾ ਪੈਣਾ। ਐਂਡ ਅਗਰ ਤੁਸੀਂ ਆਪਣੀ ਬੈਚਲਰਸ ਦਾ 1 ਈਅਰ ਮਤਲਬ ਕਿ 2 ਸਮੈਸਟਰ ਇੰਡੀਆ ਦੇ ਵਿੱਚ ਕੰਪਲੀਟ ਕੀਤੇ ਨੇ, ਅਤੇ ਤੁਹਾਨੂੰ ਫਿਰ ਵੀ ਇਹ ਟੈਸਟ ਦੇਣਾ ਪੈਣਾ। ਬਟ ਫਿਰ ਸ਼ੋਰਿਟੀ ਜਿਨ੍ਹਾਂ ਲਈ ਮੈਂ ਕਿਹਾ ਹੈ ਕਿ ਤੁਹਾਨੂੰ ਟੈਸਟ ਮਾਸਟਰਸ, ਆਈ ਥਿੰਕ ਮਾਸਟਰਸ ਅਤੇ ਜਿਨ੍ਹਾਂ ਨੇ ਡਬਲ ਮਾਸਟਰਸ ਕਰਨੀ ਆ ਉਹਨਾਂ ਨੂੰ ਇਹ ਟੈਸਟ ਨਹੀਂ ਦੇਣਾ ਪੈਣਾ। ਬਟ ਸ਼ੋਰਿਟੀ ਲਈ ਫਿਰ ਵੀ ਤੁਸੀਂ ਇੱਕ ਵਾਰ ਆਪਣੀ ਚੈੱਕਲਿਸਟ ਦੇ ਵਿੱਚ ਚੈੱਕ ਕਰ ਲਿਓ ਕਿ ਤੁਹਾਡੇ ਲਈ ਇਹ ਟੈਸਟ ਰਿਕੁਆਇਰਡ ਆ ਕਿ ਨਹੀਂ। ਟੈਸਟ ਦੇਖ ਕੇ ਉਹਦਾ ਜੋ ਵੀ ਰਿਜ਼ਲਟ ਆਏਗਾ ਤੁਹਾਨੂੰ ਤੁਸੀਂ ਉਹਦੀ ਕਾਪੀ ਵੀ ਅਟੈਚ ਕਰਨੀ ਹੈ ਨਾਲ, ਠੀਕ ਹੈ। ਕਾਪੀ ਆਫ ਲੈਂਗੁਏਜ ਸਰਟੀਫਿਕੇਟ, ਇੰਗਲਿਸ਼ ਔਰ ਜਰਮਨ, ਜੋ ਵੀ ਤੁਹਾਡੀ ਤੁਸੀਂ ਲੈਂਗੁਏਜ ਦਾ ਟੈਸਟ ਦਿੱਤਾ ਹੋਇਆ ਆ ਉਹਦੀ ਕਾਪੀ ਤੁਸੀਂ ਇੱਥੇ ਅਟੈਚ ਕਰਨੀ। ਬਸ ਆਹ ਤੁਹਾਡੇ ਜਿਹੜੇ ਨੇ ਉਹ ਡਾਕੂਮੈਂਟਸ ਨੇ। ਇੱਕ ਵਾਰੀ ਕੁਇਕਲੀ ਚੈੱਕਲਿਸਟ ਦੇਖ ਲੈਣੀ ਹੈ JEE ਮੇਨਸ ਦੀ। ਅਗਰ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਵੀ ਸਾਰੇ ਡਾਕੂਮੈਂਟਸ ਜਿਹੜੇ ਆ ਉਹ ਸੇਮ ਨੇ। ਇਹਦੇ ਵਿੱਚ ਤੁਹਾਨੂੰ ਟੈਸਟ AS ਨਹੀਂ ਚਾਹੀਦਾ। ਅਗਰ ਤੁਸੀਂ JEE ਦਾ ਐਗਜ਼ਾਮ ਦਿੱਤਾ ਹੋਇਆ ਹੈ ਉਹਦੇ ਵਿੱਚ ਤੁਹਾਨੂੰ ਪ੍ਰੂਫ ਆਫ ਪਾਸਿੰਗ ਦਾ ਜੁਆਇੰਟ ਐਂਟਰੈਂਸ ਐਗਜ਼ਾਮ ਉਹਦਾ ਪ੍ਰੂਫ ਚਾਹੀਦਾ ਹੈ ਤੁਹਾਡੇ JEE ਦਾ। ਦੈਨ ਲੈਂਗੁਏਜ ਤਾਂ ਚਾਹੀਦੀ, ਬਾਕੀ ਸਾਰੇ ਡਾਕੂਮੈਂਟ ਸੇਮ ਨੇ। ਅਤੇ ਅਗਰ ਗੱਲ ਕਰੀਏ ਗ੍ਰੈਜੂਏਟਸ ਦੇ ਪੋਸਟ ਗ੍ਰੈਜੂਏਟਸ ਦੀ, ਉਹਦੀ ਵੀ ਚੈੱਕਲਿਸਟ ਆਲਮੋਸਟ ਸੇਮ ਹੈ। ਬਸ 12th ਤੋਂ ਬਾਅਦ ਕਾਪੀ ਆਫ ਮਾਰਕਸ਼ੀਟ ਆਫ ਆਲ ਦ ਸਮੈਸਟਰਸ, ਜਿਨੇ ਵੀ ਤੁਸੀਂ ਸਮੈਸਟਰਸ ਕੀਤੇ ਨੇ, ਠੀਕ ਹੈ। ਕਾਪੀ ਆਫ ਬੈਚਲਰ ਡਿਗਰੀ, ਅਤੇ ਅਗਰ ਤੁਹਾਡੀ ਬੈਚਲਰ ਡਿਗਰੀ ਤੁਹਾਡੇ ਕੋਲ ਨਹੀਂ ਹੈਗੀ ਤਾਂ ਤੁਸੀਂ ਪ੍ਰੋਵੀਜ਼ਨਲ ਜਿਹੜਾ ਸਰਟੀਫਿਕੇਟ ਹੁੰਦਾ ਆ ਉਹ ਵੀ ਦੇ ਸਕਦੇ ਹੋ। ਸੇਮ ਕੇਸ ਕਿ ਅਗਰ ਤੁਹਾਡੇ ਕੋਲ 12th ਦੀ ਹਾਲੇ ਮਾਰਕਸ਼ੀਟ ਨਹੀਂ ਆਈ ਤਾਂ ਤੁਸੀਂ ਪ੍ਰੋਵੀਜ਼ਨਲ ਵੀ ਦੇ ਸਕਦੇ ਹੋ। ਅਗਰ ਤੁਸੀਂ ਮਾਸਟਰ ਕੀਤੀ ਹੋਈ ਹੈ ਤਾਂ ਫਿਰ ਤੁਸੀਂ ਮਾਸਟਰਸ ਦੀ ਵੀ ਮਾਸਟਰ ਡਿਗਰੀ ਦੀ ਵੀ ਕਾਪੀ ਦੇਣੀ ਆ। ਅਤੇ ਅਗੇਨ ਲੈਂਗੁਏਜ ਕੰਪਲਸਰੀ ਆ, ਈਦਰ ਜਰਮਨ ਔਰ ਇੰਗਲਿਸ਼। ਅਤੇ ਅਗਰ ਤੁਸੀਂ ਚੈੱਕਲਿਸਟ ਦੇ ਕੋਈ ਵੀ ਚੈੱਕਲਿਸਟ ਓਪਨ ਕਰੋ ਤਾਂ ਸਭ ਤੋਂ ਨੀਚੇ ਦੇਖੋਗੇ ਤਾਂ ਇੱਥੇ ਬੈਂਕ ਅਕਾਊਂਟ ਡਿਟੇਲਸ ਦਿੱਤੀਆਂ ਹੋਈਆਂ ਨੇ, ਜਿਹਦੇ 'ਤੇ ਤੁਸੀਂ ਆਪਣੀ ਜਿਹੜੀ ਫੀਸ ਆ ਉਹ ਟ੍ਰਾਂਸਫਰ ਕਰਨੀ ਆ। ਅਤੇ ਇਹਦੇ 'ਤੇ ਕੁਝ ਇੰਸਟਰਕਸ਼ਨਸ ਨੇ ਜਿਹੜੀਆਂ ਕਿ ਤੁਸੀਂ ਆਪਣੇ ਆਪ ਪੜ੍ਹ ਲਿਓ, ਠੀਕ ਹੈ। ਸੋ ਹੀਅਰ ਲੈਟ ਮੀ ਟੈਲ ਯੂ ਕਿ ਤੁਸੀਂ ਕੀ ਮਿਸਟੇਕਸ ਨਹੀਂ ਕਰਨੀਆਂ ਜਦੋਂ ਤੁਸੀਂ ਆਪਣਾ APS ਸਰਟੀਫਿਕੇਟ ਵਾਸਤੇ ਅਪਲਾਈ ਕਰਨਾ ਹੈ। ਸਭ ਤੋਂ ਪਹਿਲੀ ਕਿ ਤੁਸੀਂ ਆਪਣੇ ਓਰੀਜਨਲ ਡਾਕੂਮੈਂਟਸ ਨਹੀਂ ਭੇਜਣੇ, ਸਿਰਫ ਕਾਪੀਜ਼ ਭੇਜਣੀਆਂ ਹੈ। ਐਂਡ ਅਗਰ APS ਨੂੰ ਤੁਹਾਡੇ ਓਰੀਜਨਲ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੋਏਗੀ ਤਾਂ ਉਹ ਤੁਹਾਡੇ ਕੋਲ ਮੰਗ ਸਕਦੇ ਆ। ਸੈਕਿੰਡ ਕਿ ਤੁਹਾਡੇ ਸਾਰੇ ਡਾਕੂਮੈਂਟਸ ਇੰਗਲਿਸ਼ ਦੇ ਵਿੱਚ ਟਰਾਂਸਲੇਟਡ ਹੋਏ ਹੋਣੇ ਚਾਹੀਦੇ ਆ। ਐਂਡ ਅਗਰ ਉਹ ਟਰਾਂਸਲੇਟਡ ਨਹੀਂ ਨੇ ਤਾਂ ਉਹਨਾਂ ਨੂੰ ਇੰਗਲਿਸ਼ 'ਚ ਟਰਾਂਸਲੇਟ ਕਰਵਾ ਕੇ ਅਟੈਸਟ ਕਰਵਾ ਕੇ ਫਿਰ ਭੇਜਣਾ ਹੈ, ਬਿਨਾਂ ਅਟੈਸਟ ਕਰਵਾਇਆ ਨਹੀਂ ਭੇਜਣਾ। ਐਂਡ ਥਰਡ ਇੰਪੋਰਟੈਂਟ ਥਿੰਗ ਇਜ਼ ਕਿ ਤੁਸੀਂ ਆਪਣੇ ਸਕੂਲ, ਕਾਲਜ, ਯੂਨੀਵਰਸਿਟੀ ਜਿੱਥੋਂ ਵੀ ਤੁਸੀਂ ਆਪਣੀ ਪ੍ਰੀਵੀਅਸ ਸਟੱਡੀ ਕੀਤੀ ਆ ਉਹਨਾਂ ਨੂੰ ਐਡਵਾਂਸ ਦੇ ਵਿੱਚ ਇਨਫੋਰਮ ਕਰ ਦਿਓ ਕਿ ਤੁਸੀਂ ਆਪਣੇ ਡਾਕੂਮੈਂਟਸ ਜਿਹੜੇ ਆ APS ਵੈਰੀਫਿਕੇਸ਼ਨ ਲਈ ਦਿੱਤੇ ਨੇ, ਅਤੇ ਮੇ ਬੀ ਉਹਨਾਂ ਨੂੰ ਵੈਰੀਫਿਕੇਸ਼ਨ ਵਾਸਤੇ ਕੋਈ ਕਾਲ ਜਾਂ ਕੁਐਰੀ ਆ ਸਕਦੀ ਆ। ਸੋ ਇਹਦੇ ਨਾਲ ਤੁਹਾਡਾ ਜਿਹੜਾ ਪ੍ਰੋਸੈਸ ਆ ਉਹ ਥੋੜ੍ਹਾ ਸਪੀਡ ਅਪ ਹੋ ਜਾਏਗਾ। ਸੋ ਓਬਵੀਅਸਲੀ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਜਰਮਨੀ ਆਉਣਾ ਚਾਹੁੰਦੇ ਹੋ ਜਾਂ ਫਿਰ ਜਰਮਨੀ ਆਉਣ ਦਾ ਪਲਾਨ ਕਰ ਰਹੇ ਹੋ ਸਟੂਡੈਂਟ ਵੀਜ਼ਾ 'ਤੇ। ਅਤੇ ਇਹਦੇ ਲਈ ਮੈਂ ਤੁਹਾਨੂੰ ਆਪਣੀ ਆਹ ਵਾਲੀ ਵੀਡੀਓ ਸੁਜੈਸਟ ਕਰਾਂਗੀ ਜਿਹਦੇ ਵਿੱਚ ਤੁਹਾਨੂੰ ਇੰਟਰਵਿਊ ਪ੍ਰੈਪਰੇਸ਼ਨ ਵਾਸਤੇ ਕਾਫੀ ਹੈਲਪ ਮਿਲ ਸਕਦੀ ਹੈ। ਬਿਕੋਜ਼ ਇਹਦੇ ਵਿੱਚ ਮੈਂ ਕੁਝ ਇੰਪੋਰਟੈਂਟ ਕੁਐਸਚਨ ਜੋ ਮੈਨੂੰ ਲੱਗਦਾ ਹੈ ਕਿ ਐਮਬੈਸੀ ਦੇ ਵਿੱਚ ਪੁੱਛੇ ਜਾਂਦੇ ਨੇ ਉਹ ਮੈਂ ਐਕਸਪਲੇਨ ਕੀਤੇ ਨੇ। ਐਂਡ ਅਗਰ ਤੁਹਾਡੇ ਕੁਝ ਹੋਰ ਵੀ ਕੁਐਸਚਨਸ ਨੇ ਜਰਮਨੀ ਦੇ ਬਾਰੇ ਜਾਂ ਫਿਰ ਇਸ ਵੀਡੀਓ ਦੇ ਵਿੱਚ ਮੈਂ ਕੁਝ ਸਕਿਪ ਕਰ ਦਿੱਤਾ ਹੋਵੇ ਤਾਂ ਤੁਸੀਂ ਉਹ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ। ਐਂਡ ਕਮੈਂਟਸ ਦੇ ਵਿੱਚ ਮੈਨੂੰ ਇਹ ਵੀ ਦੱਸਿਓ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਰਮਨੀ ਨੇ ਇੰਡੀਆ ਵਾਸਤੇ APS ਸਰਟੀਫਿਕੇਟ ਦੀ ਰਿਕੁਆਇਰਮੈਂਟ ਕਿਉਂ ਰੱਖੀ ਆ।
ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਦਿਓ ਟੂ ਕੀਪ ਮੀ ਮੋਟੀਵੇਟਡ। ਆਈ ਵਿਲ ਸੁਜੈਸਟ ਕਿ ਤੁਸੀਂ ਇਹ ਵੀਡੀਓ ਆਪਣੇ ਫਰੈਂਡਸ ਜਾਂ ਰਿਲੇਟਿਵਸ ਦੇ ਨਾਲ ਜ਼ਰੂਰ ਸ਼ੇਅਰ ਕਰੋ, ਕਿਉਂਕਿ ਇਹ ਚੀਜ਼ ਜਰਮਨੀ ਦੇ ਵਿੱਚ ਨਵੀਂ ਆ, ਜਰਮਨੀ ਵੀਜ਼ਾ ਲਈ ਨਵੀਂ ਆ। ਤੇ ਇਹਦੇ ਨਾਲ ਸਾਰਿਆਂ ਨੂੰ ਇਨਫੋਰਮੇਸ਼ਨ ਮਿਲ ਸਕੇ। ਤੇ ਮੈਂ ਤੁਹਾਨੂੰ ਮਿਲੂੰਗੀ ਅਗਲੀ ਵੀਡੀਓ ਦੇ ਵਿੱਚ। ਬਾਏ ਬਾਏ, ਸੀ ਯੂ।